ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਜੁੜਿਆ ਹੋਇਆ ਉਹ ਦਰਦਨਾਕ ਇਤਿਹਾਸ ਜਿਹਦਾ ਕਦੀ ਕਿਤੇ ਜ਼ਿਕਰ ਨਹੀਂ ਮਿਲਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵੀਡੀਓ ਵਿੱਚ ਆਪਾਂ ਮਾਸੂਮ ਛੋਟੇ ਸਾਹਿਬਜ਼ਾਦਿਆਂ ਤੇ ਢਾਏ ਗਏ ਉਹਨਾਂ ਜ਼ੁਲਮਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਸਬੂਤ ਤਾਂ ਸਾਡੇ ਪੁਰਾਤਨ ਸਰੋਤਾਂ ਵਿੱਚ ਮਿਲਦੇ ਹਨ, ਪਰ ਨਾ ਤਾਂ ਚਾਰ ਸਾਹਿਬਜ਼ਾਦੇ ਮੂਵੀ ਵਿੱਚ ਹੀ ਉਸ ਖੌਫਨਾਕ ਮੰਜ਼ਰ ਬਾਰੇ ਕੋਈ ਜ਼ਿਕਰ ਕੀਤਾ ਗਿਆ ਤੇ ਨਾ ਹੀ ਜ਼ਿਆਦਾਤਰ ਕਿਤਾਬਾਂ ਵਿੱਚ ਉਸ ਬਾਰੇ ਕੁਝ ਪੜ੍ਹਨ ਨੂੰ ਮਿਲਦਾ ਹੈ। ਦੁਨੀਆ ਦੀ ਤਵਾਰੀਖ ਵਿੱਚ ਸ਼ਹੀਦ ਸ਼ਬਦ ਦਾ ਇਜਾਦ ਇਸਲਾਮ ਧਰਮ ਨੇ ਕੀਤਾ। ਉਸ ਤੋਂ ਪਹਿਲਾਂ ਦੇ ਭਾਵੇਂ ਤੁਸੀਂ ਦੁਨੀਆ ਭਰ ਦੇ ਸਾਰੇ ਧਾਰਮਿਕ ਗ੍ਰੰਥ ਛਾਣ ਮਾਰੋ, ਪਰ ਤੁਹਾਨੂੰ ਕਿਤੇ ਸ਼ਹੀਦ ਸ਼ਬਦ ਨਹੀਂ ਮਿਲੂਗਾ। 5000 ਸਾਲ ਪੁਰਾਣੇ ਵੇਦ, ਪੁਰਾਣ, ਸਿਮਰਤੀਆਂ, ਸ਼ਾਸਤਰ, ਇਹਨਾਂ ਸਭ ਵਿੱਚ ਯੱਗ, ਸ਼ਰਾਧ, ਬਲੀਆਂ, ਜਾਦੂ ਟੋਣੇ और सब कुछ मिल जाऊगा, पर शहीद शब्द नहीं मिलूगा। इस्लाम ने शहीद शब्द ਨੂੰ ਇਜਾਦ ਤਾਂ ਕੀਤਾ ਹੈ, ਪਰ ਜਿੱਥੇ-ਜਿੱਥੇ ਇਸ ਦੀ ਵਰਤੋਂ ਕੀਤੀ ਗਈ ਹੈ ਇਸ ਸ਼ਬਦ ਦੇ ਮਿਆਦ ਨੂੰ ਬਹੁਤ ਨੀਵਾਂ ਕਰ ਦਿੰਦੀ ਹੈ। ਜਦੋਂ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਜੰਗੇ ਔਦ ਵਿੱਚ ਜੂਝ ਰਹੇ ਸਨ ਤਾਂ ਇੱਕ ਜਰਨੈਲ ਉਮੈਦ ਬੀਨ ਦੀ ਤਲਵਾਰ ਆ ਕੇ ਉਹਨਾਂ ਦੇ ਮੂੰਹ ਤੇ ਵੱਜਦੀ ਹੈ ਤੇ ਮੁਹੰਮਦ ਸਾਹਿਬ ਜ਼ਮੀਨ ਤੇ ਡਿੱਗ ਪੈਂਦੇ ਹਨ। ਪੁਰਾਣੇ ਸਮਿਆਂ ਵਿੱਚ ਮੌਤ ਤੋਂ ਬਚਣ ਲਈ ਲੋਕ ਚੰਗੇ ਮੈਦਾਨ ਵਿੱਚ ਲੇਟ ਕੇ ਮਰਨ ਦਾ ਨਾਟਕ ਕਰਦੇ ਸਨ, ਪਰ ਦੁਸ਼ਮਣ ਉਦੋਂ ਵੱਧ ਚਲਾਕ ਸੀ। ਦੁਸ਼ਮਣ ਲੇਟੇ ਹੋਏ ਬੰਦੇ ਦੇ ਪੱਥਰ ਮਾਰ ਕੇ ਉਸਦੇ ਦੰਦ ਤੋੜ ਕੇ ਵੇਖਦਾ ਸੀ ਕਿ ਉਹ ਜਿਉਂਦਾ ਹੈ ਜਾਂ ਮਰ ਗਿਆ। ਹਜ਼ਰਤ ਮੁਹੰਮਦ ਸਾਹਿਬ ਨੇ ਦੰਦ ਤਾਂ ਤੁੜਵਾ ਲਿਆ ਪਰ ਸੀ ਨਹੀਂ ਕੀਤੀ ਕਿਉਂਕਿ ਜਾਨ ਪਿਆਰੀ ਸੀ। ਇਸਲਾਮ ਧਰਮ ਵਿੱਚ ਇਸ ਟੁੱਟੇ ਹੋਏ ਦੰਦ ਨੂੰ ਵੀ ਦੰਦ ਸ਼ਹੀਦ ਹੋਇਆ ਦੱਸਿਆ ਗਿਆ ਹੈ। ਇਸ ਸ਼ਬਦ ਨੂੰ ਆਪਣਾ ਬਣਦਾ ਸਤਿਕਾਰ ਉਦੋਂ ਮਿਲਿਆ ਜਦੋਂ ਇਹ 4 ਸਦੀਆਂ ਪਹਿਲਾਂ ਸਿੱਖ ਧਰਮ ਨਾਲ ਜੁੜਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 2 ਵਾਰ ਸ਼ਹੀਦ ਸ਼ਬਦ ਆਉਂਦਾ ਹੈ। ਸਿੱਖ ਧਰਮ ਤੋਂ ਪਹਿਲਾਂ ਸ਼ਹੀਦ ਤਾਂ ਬੜੇ ਹੋਏ ਹਨ, ਪਰ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤਰ੍ਹਾਂ ਇੰਜ ਕਦੀ ਨਹੀਂ ਹੋਇਆ ਕਿ ਸ਼ਹੀਦ ਹੋਣ ਵਾਲੇ ਨੂੰ ਅੰਜਾਮ ਦਾ ਪਤਾ ਹੋਵੇ ਫਿਰ ਵੀ ਉਹ ਆਪ ਚੱਲ ਕੇ ਸ਼ਹੀਦ ਹੋਣ ਲਈ ਜਾਵੇ। ਇਹ ਮਿਆਨ ਉਦੋਂ ਹੋਰ ਉੱਚੇ ਹੋ ਗਏ ਜਦੋਂ 7 ਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੇ ਜ਼ਾਲਮਾਂ ਦੇ ਸਾਹਮਣੇ ਈਨ ਕਬੂਲਣ ਦੀ ਥਾਂ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਇਤਿਹਾਸ ਰਚ ਦਿੱਤਾ। ਸਰਸਾ ਨਦੀ ਪਾਰ ਕਰਦੇ ਸਮੇਂ ਹੋਏ ਵਿਛੋੜੇ ਤੋਂ ਬਾਅਦ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਚੌਂਤੇ ਪਿੰਡ ਵੱਲ ਨੂੰ ਤੁਰ ਜਾਂਦੇ ਹਨ। ਇੱਥੇ ਉਹ ਕੁੰਮੇ ਨਾਮ ਦੇ ਮਾਸ਼ਕੀ ਦੇ ਘਰ ਪਹੁੰਚਦੇ ਹਨ। ਇਤਿਹਾਸਕਾਰਾਂ ਮੁਤਾਬਕ ਇਹ ਪਹਿਲਾਂ ਹਿੰਦੂ ਹੁੰਦਾ ਸੀ ਤੇ ਬਾਅਦ ਵਿੱਚ ਧਰਮ ਬਦਲ ਕੇ ਕਮਰੂਦੀਨ ਬਣ ਗਿਆ, ਜਿਹਦਾ ਕਿਸੇ ਇਤਿਹਾਸਿਕ ਸਰੋਤ ਵਿੱਚ ਨਾਮ ਕਰੀਮ ਬਖਸ਼ ਵੀ ਆਉਂਦਾ ਹੈ। ਇਸ ਨੇ ਸਤਕਾਰ ਸਹਿਤ ਮਾਤਾ ਜੀ ਤੇ ਸਾਹਿਬਜ਼ਾਦੇ ਨੂੰ ਆਪਣੇ ਘਰ ਵਿੱਚ ਥਾਂ ਦਿੱਤੀ। ਕੁੰਮੇ ਦੇ ਗਵਾਂਢ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਰਹਿੰਦੀ ਸੀ। ਉਸ ਰਾਤ ਉਸ ਬ੍ਰਾਹਮਣੀ ਨੇ ਮਾਤਾ ਜੀ ਤੇ ਸਾਹਿਬਜ਼ਾਦੇ ਨੂੰ ਮਸਰਾਂ ਦੀ ਦਾਲ ਨਾਲ ਰੋਟੀ ਖਵਾਈ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ। ਕੁਝ ਇਤਿਹਾਸਕਾਰਾਂ ਦੀ ਰਾਏ ਹੈ ਕਿ ਗੰਗੂ ਸਰਸਾ ਦੇ ਕੰਢੇ ਤੋਂ ਹੀ ਮਾਤਾ ਜੀ ਤੇ ਸਾਹਿਬਜ਼ਾਦੇ ਦੇ ਨਾਲ ਇੱਥੇ ਪਹੁੰਚਿਆ ਸੀ, ਪਰ ਬਹੁਤਿਆਂ ਮੁਤਾਬਕ ਉਹ ਅਗਲੇ ਦਿਨ ਕੁੰਮੇ ਦੇ ਘਰ ਆ ਕੇ ਇਹਨਾਂ ਨੂੰ ਮਿਲਿਆ। ਗੰਗੂ ਦੇ ਨਾਲ ਜੁੜੀ ਇੱਕ ਹੋਰ ਗੱਲ ਪ੍ਰਚਲਿਤ ਹੈ ਕਿ ਅਨੰਦਪੁਰ ਸਾਹਿਬ ਵਿਖੇ ਇਹ ਗੁਰੂ ਘਰ ਦਾ ਰਸੋਈਆ ਸੀ, ਪਰ ਜੇ ਆਪਾਂ ਸਿੱਖ ਤਵਾਰੀਖ ਵੱਲ ਵੇਖੀਏ ਤਾਂ ਇਹ ਇੱਕ ਮਿੱਥ ਲੱਗਦਾ ਹੈ ਕਿਉਂਕਿ ਉਸ ਸਮੇਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਭੋਜਨ ਖਾਲਸੇ ਦੇ ਲੰਗਰ ਦੀਆਂ ਰਵਾਇਤਾਂ ਮੁਤਾਬਕ ਬਣਾਇਆ ਜਾਂਦਾ ਸੀ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣ ਤੋਂ ਪਹਿਲਾਂ ਇਹ ਉੱਥੇ ਲੰਗਰ ਦੀ ਸੇਵਾ ਕਰਦਾ ਹੋਵੇ ਤੇ ਬਾਅਦ ਵਿੱਚ ਉੱਥੇ ਹੀ ਰਹਿਣ ਲੱਗ ਪਿਆ ਹੋਵੇ। ਅਗਲੇ ਦਿਨ ਗੰਗੂ ਮਾਤਾ ਜੀ ਤੇ ਸਾਹਿਬਜ਼ਾਦੇ ਨੂੰ ਆਪਣੇ ਪਿੰਡ ਸਹੇੜੀ ਲੈ ਆਇਆ। ਇਸ ਪਿੰਡ ਦਾ ਨਾਮ ਉਸ ਸਮੇਂ ਸਹੇੜੀ ਹੁੰਦਾ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਅਦ ਵਿੱਚ ਇਸ ਪਿੰਡ ਨੂੰ ਉਜਾੜ ਕੇ ਰੱਖ ਦਿੱਤਾ ਤੇ ਇਸ ਪਿੰਡ ਦਾ ਨਾਮ ਸਹੇੜੀ ਉਖੇੜੀ ਪੈ ਗਿਆ ਤੇ ਹੁਣ ਇਸ ਨੂੰ ਖੇੜੀ ਪਿੰਡ ਕਿਹਾ ਜਾਂਦਾ ਹੈ। ਉੱਥੇ ਪਹੁੰਚਦੇ ਰਾਤ ਪੈ ਗਈ। ਬੀਬੀ ਲక్ష్ਮੀ ਨੇ ਕੱਲ ਰਾਤ ਨੂੰ ਰੋਟੀ ਖਵਾਈ ਸੀ, ਯਾਨੀ ਕਿ ਸਾਹਿਬਜ਼ਾਦਿਆਂ ਨੂੰ ਕੁਝ ਵੀ ਖਾਏ ਹੁਣ 24 ਘੰਟੇ ਬੀਤ ਚੁੱਕੇ ਸਨ। ਉਸ ਰਾਤ ਗੰਗੂ ਸਾਹਿਬਜ਼ਾਦਿਆਂ ਤੇ ਮਾਤਾ ਜੀ ਲਈ ਰੋਟੀ ਬਣਾ ਕੇ ਲਿਆਇਆ। ਉਹ ਖਾਣਾ ਇੰਨੇ ਮਾੜੇ ਪੱਧਰ ਦਾ ਸੀ ਕਿ ਉਸ ਨੂੰ ਦੇਖ ਕੇ ਸਾਹਿਬਜ਼ਾਦੇ ਮਾਤਾ ਜੀ ਨੂੰ ਕਹਿੰਦੇ ਹਨ, वो ऐसी रोटी कर ले आयो हमरे काग ना कुकर खायो। यानी कि गंगू ਇੰਨੇ ਮਾੜੇ ਪੱਧਰ ਦੀ ਰੋਟੀ ਬਣਾ ਕੇ ਲਿਆਇਆ ਸੀ ਜਿਹੜੀ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਖਾਣੀ ਸੀ ਤੇ ਉਹ ਸਾਹਿਬਜ਼ਾਦਿਆਂ ਤੋਂ ਕਿੱਥੋਂ ਖਾਈ ਜਾਂਦੀ। ਆਖਰ ਮਾਤਾ ਜੀ ਨੇ ਆਪਣੀ ਖੁਰਜੀ ਚੋਂ ਇੱਕ ਮੋਹਰ ਕੱਢ ਕੇ ਸਾਹਿਬਜ਼ਾਦਿਆਂ ਨੂੰ ਪਤਾਸੇ ਮੰਗਾ ਕੇ ਖਾਣ ਲਈ ਦਿੱਤੇ, ਪਰ ਜਦੋਂ ਮਾਤਾ ਜੀ ਨੇ ਖੁਰਜੀ ਕੱਢੀ ਤਾਂ ਗੰਗੂ ਦੀ ਉਸ ਤੇ ਮਾੜੀ ਨੀਅਤ ਪੈ ਗਈ। ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਖੁਰਜੀ ਚੋਰੀ ਕਰ ਲਈ ਤੇ ਬਾਹਰ ਕਿਤੇ ਲਿਜਾ ਕੇ ਗੱਡ ਦਿੱਤੀ। ਅਗਲੇ ਦਿਨ ਸਵੇਰੇ ਜਦੋਂ ਸਾਹਿਬਜ਼ਾਦੇ ਨੂੰ ਭੁੱਖ ਲੱਗੀ ਤੇ ਮਾਤਾ ਜੀ ਨੇ ਪਤਾਸੇ ਮੰਗਾਉਣ ਲਈ ਖੁਰਜੀ ਸੰਭਾਲੀ। ਮਾਤਾ ਜੀ ਨੇ ਕਿਹਾ ਕਿ ਗੰਗੂ ਜੇ ਤੈਨੂੰ ਮਾਇਆ ਦੀ ਲੋੜ ਸੀ ਤਾਂ ਤੂੰ ਮੰਗ ਲੈਂਦਾ, ਤੈਨੂੰ ਚੋਰੀ ਕਰਨ ਦੀ ਕੀ ਲੋੜ ਸੀ। ਇਹ ਸੁਣ ਕੇ ਗੰਗੂ ਗੁੱਸੇ ਨਾਲ ਬੁਖਲਾ ਗਿਆ। ਕਹਿੰਦਾ, ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੋਈ ਹੈ, ਉੱਤੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ। ਉਸੇ ਸਮੇਂ ਗੰਗੂ ਮਾਤਾ ਜੀ ਤੇ ਸਾਹਿਬਜ਼ਾਦੇ ਨੂੰ ਕਮਰੇ ਵਿੱਚ ਬੰਦ ਕਰਕੇ ਮਰਿੰਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਚਲਾ ਗਿਆ। ਗੰਗੂ ਤਾਂ ਚਲਾ ਗਿਆ, ਪਰ ਪਿੱਛੋਂ ਸਾਹਿਬਜ਼ਾਦੇ ਅੱਜ ਵੀ ਸਾਰਾ ਦਿਨ ਭੁੱਖਣ ਭਾਣੇ ਕਮਰੇ ਵਿੱਚ ਕੈਦ ਹਨ। ਪਤਾ ਨਹੀਂ ਇਤਿਹਾਸਕਾਰ ਸਾਹਿਬਜ਼ਾਦਿਆਂ ਦੇ ਇਹ ਹਾਲਾਤ ਕਿਉਂ ਨਹੀਂ ਕਦੀ ਬਿਆਨ ਕਰਦੇ। ਭੁੱਖ ਵੀ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਤਸੀਹਾ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ। ਮੌਤ ਤਾਂ ਬਸ ਇੱਕ ਵਾਰ ਬੰਦੇ ਨੂੰ ਮਾਰਦੀ ਹੈ,
ਪਰ ਭੁੱਖ ਤੋਂ ਦਾ ਜੇ ਇੱਕ ਵਾਰ ਖਹਿੜਾ ਛਡਾਈਏ ਤਾਂ ਅਗਲੇ ਪੈਰ ਫੇਰ ਸਿਰ ਤੇ ਆਣ ਖਲੋਂਦੀ ਹੈ। ਹਕੂਮਤ ਦੇ ਬਾਗੀਆਂ ਨੂੰ ਗ੍ਰਿਫਤਾਰ ਕਰਨ ਲਈ ਮਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਿਪਾਹੀਆਂ ਨੂੰ ਗੰਗੂ ਦੇ ਨਾਲ ਉਸਦੇ ਘਰ ਭੇਜਦੇ ਹਨ। ਹੁਣ ਇੱਥੋਂ ਸਾਹਿਬਜ਼ਾਦਿਆਂ ਤੇ ਜ਼ੁਲਮ ਦੀ ਉਹ ਦਾਸਤਾਨ ਸ਼ੁਰੂ ਹੋਊਗੀ ਜਿਨ੍ਹਾਂ ਬਾਰੇ ਕਦੀ ਕਿਤੇ ਜ਼ਿਕਰ ਨਹੀਂ ਕੀਤਾ ਜਾਂਦਾ। ਇਤਿਹਾਸ ਵਿੱਚ ਵਿਖਾਇਆ ਜਾਂਦਾ ਹੈ ਕਿ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗੱਡੇ ਤੇ ਬਿਠਾ ਕੇ ਮਰਿੰਡੇ ਲਿਆਂਦਾ ਗਿਆ ਸੀ। ਮਸ਼ਹੂਰ ਇਤਿਹਾਸਕਾਰ ਸੁਖਪ੍ਰੀਤ ਸਿੰਘ ਉਦੋਕੇ ਦੱਸਦੇ ਹਨ ਕਿ ਜਦੋਂ ਮੈਂ ਇੱਕ ਵਾਰ ਪਿੰਡ ਸਹੇੜੀ ਗਿਆ ਤਾਂ ਉੱਥੇ ਪਿੰਡ ਦੇ ਬਾਹਰ ਇੱਕ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਜਾ ਰਿਹਾ ਸੀ। ਕਹਿੰਦੇ ਮੈਂ ਪ੍ਰਬੰਧਕ ਸਾਹਿਬਾਨਾਂ ਤੋਂ ਪੁੱਛਿਆ ਕਿ ਇਹ ਗੁਰਦੁਆਰਾ ਸਾਹਿਬ ਕਿਹਦੀ ਯਾਦ ਵਿੱਚ ਉਸਾਰਿਆ ਜਾ ਰਿਹਾ ਹੈ ਤਾਂ ਅੱਗਿਓਂ ਜਵਾਬ ਮਿਲਿਆ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਰੱਥ ਸਾਹਿਬ। ਇਤੋਂ ਸਾਹਿਬਜ਼ਾਦਾ ਤੇ ਮਾਤਾ ਜੀ ਨੂੰ ਸਿਪਾਹੀ ਰੱਥ ਤੇ ਬਿਠਾ ਕੇ ਮਰਿੰਡੇ ਲੈ ਕੇ ਗਏ ਸਨ। ਇਹ ਤਾਂ ਕਮਾਲ ਦੀ ਗੱਲ ਹੈ। ਹੁਣ ਹਕੂਮਤ ਦੇ ਬਾਗੀ ਦੇ ਬੱਚੇ ਤੇ ਉਹਨਾਂ ਨੂੰ ਰੱਥ ਤੇ ਬਿਠਾ ਕੇ ਲਿਜਾਇਆ ਜਾਵੇ। ਸਰਸਾ ਦੇ ਕੰਢੇ ਮਾਤਾ ਗੁਜਰ ਕੌਰ ਜੀ ਨਾਲੋਂ ਵਿਛੜੇ ਇੱਕ ਸਿੰਘ ਭਾਈ ਦੂਨਾ ਸਿੰਘ ਹੰਡੂਰੀਆ ਨੇ ਬ੍ਰਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ, ਕਥਾ ਗੁਰੂ ਸੂਤਨ ਜੀ ਕੀ। ਇਸ ਦਾ ਅਸਲ ਖਰੜਾ ਦਰਬਾਰ ਸਾਹਿਬ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਰੱਖਿਆ ਹੋਇਆ ਸੀ ਜੋ ਜੂਨ 84 ਦੇ ਘੱਲੂਘਾਰੇ ਦੌਰਾਨ ਸੜ ਗਿਆ। ਪਰ ਪਿਆਰਾ ਸਿੰਘ ਪਦਮ ਹੁਣਾਂ ਨੇ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੋਇਆ ਹੈ। ਉਹਦੇ ਵਿੱਚ ਇਸ ਗੱਲ ਦਾ ਜੋ ਜ਼ਿਕਰ ਮਿਲਦਾ ਹੈ ਸੁਣ ਕੇ ਰੂਹ ਕੰਬ ਜਾਂਦੀ ਹੈ। ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਘੋੜਿਆਂ ਤੇ ਲੱਦ ਦਿੱਤਾ ਗਿਆ ਜਿਵੇਂ ਕੋਈ ਸਮਾਨ ਲੱਦਿਆ ਜਾਂਦਾ ਹੈ ਤੇ ਇੱਕ ਦੂਸਰੇ ਘੋੜੇ ਤੇ ਮਾਤਾ ਗੁਜਰ ਕੌਰ ਜੀ ਨੂੰ ਬੰਨ੍ਹ ਕੇ ਬਿਠਾ ਦਿੱਤਾ ਗਿਆ। ਇੱਕ ਕੱਪੜੇ ਦੇ ਨਕਾਬ ਵਿੱਚ ਮਿਰਚਾਂ ਧੂੜ ਕੇ ਉਹ ਨਕਾਬ ਮਾਤਾ ਜੀ ਦੇ ਚਿਹਰੇ ਤੇ ਬੰਨ੍ਹ ਦਿੱਤਾ ਗਿਆ। ਇਹ ਬੋਲ ਸਿਰਫ ਸੁਣਨ ਲਈ ਨਹੀਂ ਹਨ, ਆਪਾਂ ਆਪਣੀ ਸੁਰਤ ਨੂੰ ਉਹਨਾਂ ਤਸੀਹਾਂ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕਰੀਏ। ਕਿੰਨਾ ਸਾੜ, ਕਿੰਨੀ ਦਰਦ ਤੇ ਤਕਲੀਫ ਸਹਿਣੀ ਪਈ ਹੋਊਗੀ ਉਸ ਸਮੇਂ ਮਾਤਾ ਜੀ ਨੂੰ। ਜਦ ਮਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਤਾਂ ਇੱਕ ਅੱਡ ਕਮਰੇ ਵਿੱਚ ਕੈਦ ਕਰ ਦਿੱਤਾ ਗਿਆ ਪਰ ਸਾਹਿਬਜ਼ਾਦਿਆਂ ਨੂੰ ਖੋਲਿਆ ਨਾ ਗਿਆ। 3-4 ਦਿਨਾਂ ਤੋਂ ਭੁੱਖੇ ਬੱਚੇ ਪੂਰੀ ਰਾਤ ਇਸੇ ਤਰ੍ਹਾਂ ਬੋਰਿਆਂ ਦੇ ਵਿੱਚ ਬੰਨੇ ਹੋਏ ਹੀ ਮਰਿੰਡੇ ਦੀ ਜੇਲ੍ਹ ਵਿੱਚ ਪਏ ਰਹੇ ਤੇ ਸਵੇਰ ਹੋਣ ਤੇ ਜਦੋਂ ਬੋਰਿਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦੇ ਸਾਰੇ ਬੱਚਿਆਂ ਦੇ ਭਾਰੀ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਇਹ ਦੋਵੇਂ ਹੀ ਛੋਟੇ ਪੱਧਰ ਦੇ ਸਰਕਾਰੀ ਅਫਸਰ ਸਨ ਤੇ ਚਾਹੁੰਦੇ ਸਨ ਕਿ ਸਾਹਿਬਜ਼ਾਦਿਆਂ ਨੂੰ ਦੀਨੇ ਇਸਲਾਮ ਕਬੂਲ ਕਰਵਾ ਕੇ ਹੀ ਸੂਬਾ ਸਰਹੰਦ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਵੱਡੇ ਵੱਡੇ ਇਨਾਮਾਂ ਦੇ ਹੱਕਦਾਰ ਬਣ ਸਕੀਏ। ਸਿੱਖ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਹਨਾਂ ਜ਼ਾਲਮਾਂ ਨੇ ਅੱਤ ਦੀ ਸਰਦੀ ਵਿੱਚ ਮਾਸੂਮ ਸਾਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂਤ ਦੀ ਛਟੀ ਨਾਲ ਕੁਟਵਾਇਆ। ਸਾਹਿਬਜ਼ਾਦਿਆਂ ਦੀ ਫੁੱਲ ਵਰਗੀ ਮਾਸੂਮ ਚਮੜੀ ਉੱਤੇ ਨਿਸ਼ਾਨ ਉੱਭਰ ਆਏ। ਬੇਅੰਤ ਦਰਦ ਵੀ ਸਹਿਣਾ ਪਿਆ ਹੋਊਗਾ ਪਰ ਉਹ ਤਾਂ ਮਰਦ ਦਲੇਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ। ਇਹ ਸਭ ਸਹਿੰਦੇ ਹੋਏ ਵੀ ਉਹਨਾਂ ਦੁਸ਼ਮਣ ਦੀ ਈਨ ਮੰਨਣੀ ਕਬੂਲ ਨਾ ਕੀਤੀ। ਜਦ ਨਾ ਗੱਲ ਬਣਦੀ ਵਿਖੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜਮਾ ਕੇ ਵੇਖਿਆ। ਸਾਹਿਬਜ਼ਾਦਿਆਂ ਨੂੰ ਇੱਕ ਦਰਖਤ ਨਾਲ ਬੰਨ ਕੇ ਗੁਲੇਲ ਨਾਲ ਉਹਨਾਂ ਤੇ ਪੱਥਰ ਦੇ ਨਿਸ਼ਾਨੇ ਬੰਨੇ ਗਏ। ਸਾਹਿਬਜ਼ਾਦਿਆਂ ਦੇ ਕਈ ਥਾਂ ਤੋਂ ਲਹੂ ਦੀਆਂ ਧਾਰਾਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਇਹ ਛੋਟੇ ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੇ। ਇਹ ਜਾਨੀ ਖਾਂ ਤੇ ਮਾਨੀ ਖਾਂ ਹਜੇ ਮਾਸੂਮ ਬੱਚਿਆਂ ਦੇ ਹੋਰ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਢਾਉਂਦੇ ਪਰ ਹਕੂਮਤ ਦੇ ਇੰਨੇ ਵੱਡੇ ਗੁਨਾਹਗਾਰ ਕਾਬੂ ਆਏ ਸਨ। ਖਬਰ ਅੱਗ ਦੀ ਵਾਂਗ ਫੈਲਦੇ ਹੋਏ ਵਜ਼ੀਰ ਖਾਨ ਤੱਕ ਪਹੁੰਚ ਗਈ। ਇਸ ਲਈ ਫਿਰ ਮਜਬੂਰ ਹੋ ਕੇ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਕੋਲ ਪੇਸ਼ ਕਰਨਾ ਪਿਆ। ਜ਼ੁਲਮਾਂ ਦੀ ਅੱਤ ਕਰਦਿਆਂ ਮਰਿੰਡੇ ਤੋਂ ਲੈ ਕੇ ਸਰਹੰਦ ਤੱਕ ਸਾਹਿਬਜ਼ਾਦਿਆਂ ਨੂੰ ਤੋੜ ਕੇ ਲਿਜਾਇਆ ਗਿਆ। ਸਾਹਿਬਜ਼ਾਦਿਆਂ ਦੇ ਦੋਵਾਂ ਹੱਥਾਂ ਵਿੱਚ ਹੱਥਕੜੀਆਂ ਸਨ, ਉਹਨਾਂ ਦੇ ਗੁੱਟਾਂ ਵਿੱਚੋਂ ਲਹੂ ਸਿਮਰਿਆ ਸੀ ਤੇ ਜਦੋਂ ਹੁਣ ਸਰਹੰਦ ਪਹੁੰਚੇ ਤਾਂ ਵਜ਼ੀਰ ਖਾਨ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ। ਜਦੋਂ ਤੱਕ ਮਰਿੰਡੇ ਤੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਸਿਪਾਹੀ ਸਰਹੰਦ ਪਹੁੰਚੇ ਉਦੋਂ ਦਿਨ ਢਲ ਚੁੱਕਿਆ ਸੀ। ਮਾਤਾ ਗੁਜਰੀ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਇਹ ਠੰਡਾ ਬੁਰਜ ਉਸ ਸਮੇਂ ਰਾਜਸੀ ਲੋਕਾਂ ਦੇ ਗਰਮੀਆਂ ਦੌਰਾਨ ਆਰਾਮ ਕਰਨ ਲਈ ਬਣਾਇਆ ਗਿਆ ਸੀ। ਬੁਰਜ ਵਿੱਚ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਇਸ ਨਾਲ ਆ ਕੇ ਹਵਾ ਟਕਰਾਉਂਦੀ ਸੀ ਤੇ ਉਦੋਂ ਗਰਮੀ ਵਿੱਚ ਵੀ ਕੰਬਾ ਛੱਡਣ ਲੱਗ ਪੈਂਦਾ ਸੀ। ਤੇ ਹੁਣ ਤਾਂ ਪੋਹ ਦਾ ਮਹੀਨਾ ਸੀ। ਭੁੱਖ ਦੀ ਤਰ੍ਹਾਂ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਜੋ ਸਰੀਰ ਤੋਂ ਵੱਧ ਮਾਨਸਿਕ ਪੱਧਰ ਤੇ ਮਨੁੱਖ ਨੂੰ ਜ਼ਿਆਦਾ ਕਮਜ਼ੋਰ ਕਰਦਾ ਹੈ। ਇਸੇ ਲਈ ਅੱਜ ਵੀ ਪੱਛਮੀ ਦੇਸ਼ਾਂ ਵਿੱਚ ਖਤਰਨਾਕ ਅਪਰਾਧੀਆਂ ਨੂੰ ਸਪੈਸ਼ਲੀ ਲੋ ਟੈਂਪਰੇਚਰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਬਿਨਾਂ ਗਰਮ ਕੱਪੜਿਆਂ ਦੇ ਠੰਡੇ ਫਰਸ਼ ਤੇ ਬੈਠੇ ਮਾਤਾ ਜੀ ਬੱਚਿਆਂ ਨੂੰ ਕਦੀ ਆਪਣੇ ਸਾਹ ਨਾਲ ਤੇ ਕਦੀ ਛਾਤੀ ਨਾਲ ਲਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ ਤੇ ਕਦੀ ਵੱਖ-ਵੱਖ ਤਰ੍ਹਾਂ ਦੀਆਂ ਸਾਖੀਆਂ ਸੁਣਾ ਕੇ ਸਿੱਖੀ ਵਿੱਚ ਪਰਪੱਕ ਰਹਿਣ ਦੀ ਸਿੱਖਿਆ ਦਿੰਦੇ। ਇਤਿਹਾਸਕਾਰ ਦੱਸਦੇ ਹਨ ਕਿ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਨੀਲੇ ਪੈਣ ਲੱਗ ਪਏ ਸਨ, ਹੱਥ ਪੈਰ ਸੁੰਨ ਹੋਣ ਲੱਗ ਪਏ ਸਨ। ਉਹ ਰਾਤ ਉਹਨਾਂ ਸਭ ਨੇ ਬਹੁਤ ਔਖੀ ਕੱਟੀ। ਹਜੇ ਦਿਨ ਦਾ ਚੜ੍ਹਾਅ ਹੋਇਆ ਹੀ ਸੀ ਕਿ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆ ਗਏ। ਕਹਿੰਦੇ ਇਹਨਾਂ ਦੀ ਅੱਜ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੈ। ਕਚਹਿਰੀ ਵਿੱਚ ਵਜ਼ੀਰ ਖਾਨ ਆਪਣੇ ਤਖਤ ਤੇ ਬੈਠਾ ਸੀ। ਸੁੱਚਾਨੰਦ ਜੋ ਕਿ ਵਜ਼ੀਰ ਖਾਨ ਦਾ ਅਹਿਲਕਾਰ ਤੇ ਸਿਰੇ ਦਾ ਲੁੱਤੀ ਲਾਊ ਸੀ ਉਹ ਵੀ ਉੱਥੇ ਮੌਜੂਦ ਸੀ। ਇਹ ਕਚਹਿਰੀ 3 ਦਿਨ ਤੱਕ ਇਸੇ ਤਰ੍ਹਾਂ ਚੱਲਦੀ ਰਹੀ। ਇਸ ਦੌਰਾਨ ਬੱਚਿਆਂ ਨੂੰ ਦੀਨੇ ਇਸਲਾਮ ਕਬੂਲ ਕਰਾਉਣ ਲਈ ਹਰ ਤਰ੍ਹਾਂ ਦੇ ਲਾਲਚ, ਹਰ ਤਰ੍ਹਾਂ ਦੇ ਝੂਠੇ ਸੱਚੇ ਵਾਅਦੇ ਤੇ ਬਹੁਤ ਸਾਰੇ ਡਰਾਵੇ ਦਿੱਤੇ ਗਏ।
ਪਰ ਜ਼ਾਲਮ ਸਾਹਿਬਜ਼ਾਦੇ ਨੂੰ ਈਨ ਮਨਾਉਣ ਵਿੱਚ ਕਾਮਯਾਬ ਹੋ ਨਾ ਪਾਏ। ਇਹ ਕਚਹਿਰੀ ਦਾ 3 ਦਿਨ ਦਾ ਇਤਿਹਾਸ, ਠੰਡੇ ਬੁਰਜ ਵਿੱਚ ਗੁਜ਼ਾਰੀਆਂ ਗਈਆਂ ਕਾਲੀਆਂ ਰਾਤਾਂ, ਕਿਸ ਤਰ੍ਹਾਂ ਚਾਲਬਾਜ਼ੀ ਨਾਲ ਦਰਵਾਜ਼ੇ ਦੀ ਛੋਟੀ ਖਿੜਕੀ ਵਿੱਚੋਂ ਲੰਘਾ ਕੇ ਸਾਹਿਬਜ਼ਾਦਿਆਂ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਕਈ ਦਿਨਾਂ ਤੋਂ ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਭਾਈ ਮੋਤੀ ਮਹਿਰਾ ਜੀ ਨੇ ਗਰਮ ਦੁੱਧ ਪਿਆ ਕੇ ਬੇਅੰਤ ਸੇਵਾ ਖੱਟੀ। ਇਹ ਸਾਰਾ ਇਤਿਹਾਸ ਤੁਸੀਂ ਪਹਿਲਾਂ ਬਹੁਤ ਵਾਰ ਸੁਣਿਆ ਹੋਊਗਾ, 4 ਸਾਹਿਬਜ਼ਾਦੇ ਮੂਵੀ ਵੀ ਦੇਖੀ ਹੋਊਗੀ। ਇੱਥੇ ਆਪਾਂ ਸਿਰਫ ਉਸੇ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਹਦਾ ਬਹੁਤ ਘੱਟ ਜ਼ਿਕਰ ਸੁਣਨ ਜਾਂ ਪੜਨ ਨੂੰ ਮਿਲਦਾ ਹੈ। 3 ਦਿਨਾਂ ਤੱਕ ਭਾਰੀ ਤਸ਼ੱਦਦ ਢਾਉਣ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦੇ ਰੱਤੀ ਭਰ ਵੀ ਨਾ ਡੋਲੇ ਤਾਂ ਵਜ਼ੀਰ ਖਾਨ ਦੇ ਇਸ਼ਾਰੇ ਤੇ ਕਾਜ਼ੀ ਨੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ ਗਈ। ਕੁਝ ਇਤਿਹਾਸਕਾਰਾਂ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਹੈ ਕਿ ਜਦੋਂ ਕੰਧ ਗੋਡਿਆਂ ਤੱਕ ਪਹੁੰਚੀ ਤੇ ਰਾਜ ਮਿਸਤਰੀ ਇੱਟ ਛਾਂਗਣ ਲੱਗਾ ਤਾਂ ਕੋਲ ਖੜਾ ਸੁੱਚਾ ਨੰਦ ਕਹਿੰਦਾ ਕਿ ਕਾਰੀਗਰਾ ਸਰਕਾਰੀ ਇੱਟ ਦਾ ਨੁਕਸਾਨ ਕਿਉਂ ਕਰਦਾ ਹੈ, ਇਹਨਾਂ ਦੇ ਗੋਡੇ ਹੀ ਛਾਂਗਦੇ। ਤੇ ਰਾਜ ਮਿਸਤਰੀ ਨੇ ਫਿਰ ਉਵੇਂ ਹੀ ਕੀਤਾ। ਹੌਲੀ ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਦੇ ਉੱਤੇ ਇੱਕ ਇੱਟ ਚਿਣਦਾ ਗਿਆ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਅੰਦਰ ਹੌਲੀ ਹੌਲੀ ਕਰਦਿਆਂ ਸਾਹਿਬਜ਼ਾਦਿਆਂ ਦਾ ਦਮ ਘੁੱਟਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋ ਗਏ ਤਾਂ ਕੰਧ ਦੀਆਂ ਇੱਟਾਂ ਸਮੇਤ ਆ ਕੇ ਜ਼ਮੀਨ ਤੇ ਡਿੱਗੇ। ਤਦ ਕਾਜ਼ੀ ਨੇ ਦੋਹਾਂ ਨੂੰ ਸ਼ੁਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕੀਤਾ। ਪਰ ਇਸਲਾਮ ਦਾ ਇੱਕ ਨਿਯਮ ਹੁੰਦਾ ਹੈ ਕਿ ਸ਼ੀਰਖੋਰ ਬੱਚੇ ਨੂੰ, ਯਾਨੀ ਕਿ ਜਿਹੜੇ ਬੱਚੇ ਦੇ ਹਜੇ ਦੁੱਧ ਦੇ ਦੰਦ ਨਹੀਂ ਟੁੱਟੇ ਹੁੰਦੇ, ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ। ਕਾਜ਼ੀ ਨੇ ਤਾਂ ਵਜ਼ੀਰ ਖਾਨ ਦੇ ਕਹਿਣ ਤੇ ਫਤਵਾ ਜਾਰੀ ਕਰ ਦਿੱਤਾ, ਪਰ ਹੁਣ ਕੋਈ ਜਲਾਦ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ। ਸਭ ਨੇ ਹੱਥ ਖੜੇ ਕਰ ਦਿੱਤੇ ਸਨ। ਆਖਰ ਉਸ ਦਿਨ ਕਚਹਿਰੀ ਵਿੱਚ ਸ਼ਾਸਨ ਬੇਗ ਤੇ ਬਾਸ਼ਨ ਬੇਗ ਨਾਂ ਦੇ 2 ਭਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ, ਉਹ ਪੇਸ਼ੀ ਤੇ ਹਾਜ਼ਰ ਹੋਣ ਆਏ ਸਨ। ਇਹ ਦੋਵੇਂ ਹੀ ਸੈਯਦ ਜਲਾਲੂਦੀਨ ਨਾਮ ਦੇ ਉਸ ਜਲਾਦ ਦੇ ਭਤੀਜੇ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ। ਸ਼ਾਸਨ ਬੇਗ ਤੇ ਬਾਸ਼ਨ ਬੇਗ ਨੇ ਕਤਲ ਦਾ ਮੁਕੱਦਮਾ ਰੱਦ ਕੀਤੇ ਜਾਣ ਦੀ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ। ਇਸਲਾਮ ਧਰਮ ਮੁਤਾਬਕ ਕਤਲ ਕਰਨ ਦੇ 3 ਤਰੀਕੇ ਹੁੰਦੇ ਹਨ। ਜਿਬਾ ਕਰਨਾ ਯਾਨੀ ਕਿ ਛਾਤੀ ਚੀਰ ਕੇ ਕਤਲ ਕਰਨਾ, ਹਲਾਲ ਕਰਨਾ ਯਾਨੀ ਕਿ ਗਲ ਵੱਢ ਕੇ ਕਤਲ ਕਰਨਾ ਤੇ ਜਰਹਰਾ ਕਰਨਾ ਯਾਨੀ ਕਿ ਦਿਲ ਵਿੱਚ ਬਰਸ਼ਾ ਮਾਰ ਕੇ ਕਤਲ ਕਰਨਾ। ਤੇ ਜਦੋਂ ਕਿਸੇ ਨੂੰ ਇਸਲਾਮ ਦੀਆਂ ਰਵਾਇਤਾਂ ਮੁਤਾਬਕ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਜਿਬਾ ਕੀਤਾ ਜਾਂਦਾ ਹੈ। ਪਰ 4 ਸਾਹਿਬਜ਼ਾਦੇ ਮੂਵੀ ਵਿੱਚ ਇਹ ਸੀਨ ਗਲਤ ਕਰਕੇ ਦਿਖਾਇਆ ਗਿਆ ਹੈ। ਉੱਥੇ ਸ਼ਾਸਨ ਬੇਗ ਤੇ ਬਾਸ਼ਨ ਬੇਗ ਨੂੰ ਦੋਵੇਂ ਸਾਹਿਬਜ਼ਾਦਿਆਂ ਦੇ ਗਲ ਤੇ ਛੁਰੀ ਚਲਾਉਂਦਿਆਂ ਦਿਖਾਇਆ ਗਿਆ ਹੈ, ਜਦਕਿ ਮਹਾਨ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਮੁਤਾਬਕ ਦੋਵਾਂ ਬੱਚਿਆਂ ਦੀਆਂ ਲੱਤਾਂ ਤੇ ਗੋਡਾ ਰੱਖ ਕੇ ਛਾਤੀ ਤੇ ਖੰਜਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤਾਂ ਕੁਝ ਪਲਾਂ ਵਿੱਚ ਹੀ ਸੱਚਖੰਡ ਸਿਧਾਰ ਗਏ, ਪਰ ਸਾਹਿਬਜ਼ਾਦਾ ਫਤਿਹ ਸਿੰਘ ਲਗਭਗ ਅੱਧੀ ਘੜੀ ਤੱਕ ਉੱਥੇ ਦਰਦ ਨਾਲ ਤੜਫਦੇ ਰਹੇ। ਹੌਲੀ ਹੌਲੀ ਹੱਥ ਪੈਰ ਹਿੱਲਣੇ ਬੰਦ ਹੋ ਗਏ ਤੇ ਸਾਹਿਬਜ਼ਾਦਾ ਫਤਿਹ ਸਿੰਘ ਵੀ ਆਪਣੇ 3 ਭਰਾਵਾਂ ਦੇ ਕੋਲ ਪਹੁੰਚ ਗਏ। ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਇਹ ਸਦਮਾ ਸਹਿਨ ਨਾ ਹੋਇਆ ਤੇ ਉਹਨਾਂ ਬੁਰਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਪਰ ਇਹ ਗੱਲ ਸਰਾਸਰ ਝੂਠ ਹੈ। ਜਿਹੜੇ ਮਾਤਾ ਜੀ ਨੇ ਆਪਣੇ ਹੱਥੀ ਆਪਣੇ ਪਤੀ ਨੂੰ ਤੇ ਆਪਣੇ ਮਾਸੂਮ ਪੋਤਿਆਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ, ਉਹ ਇਸ ਤਰ੍ਹਾਂ ਹਾਰ ਨਹੀਂ ਮੰਨ ਸਕਦੇ। ਅਸਲ ਵਿੱਚ ਵਜ਼ੀਰ ਖਾਨ ਦੇ ਹੁਕਮ ਤੇ ਸਿਪਾਹੀਆਂ ਨੇ ਉਹਨਾਂ ਨੂੰ ਬੁਰਜ ਤੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਹੋਊਗਾ, ਜਿਸ ਨਾਲ ਉਹਨਾਂ ਦੀ ਸ਼ਹੀਦੀ ਹੋ ਗਈ। ਕਿੰਨਾ ਮਹਾਨ ਇਤਿਹਾਸ ਹੈ ਸਾਡੇ ਸਿੱਖਾਂ ਦਾ। ਪਰ ਅੱਜ ਪੱਛਮੀ ਰੁਝਾਨ ਦੇ ਮਗਰ ਲੱਗ ਕੇ ਤੇ ਸਰਕਾਰਾਂ ਦੀਆਂ ਚਾਲਾਂ ਵਿੱਚ ਫਸ ਕੇ ਸਾਡੇ ਬੱਚਿਆਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਕ੍ਰਿਸਮਸ ਕਦੋਂ ਹੈ, ਪਰ ਆਪਣੇ ਸ਼ਹੀਦਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ। ਵੀਡੀਓ ਪਸੰਦ ਆਇਆ ਤਾਂ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।